ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਰਿਆਂ ਨੂੰ ਜੈ ਯਸੂ ਦੀ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਪਿਆਰੇ ਬੱਚਿਓ, ਅੱਜ ਅਸੀਂ ਤਲੀਮ ਦੀ 5ਵੀਂ ਕਲਾਸ ਦੇ 8ਵੇਂ ਅਧਿਆਏ ਦੇ ਬਾਰੇ ਪੜ੍ਹਾਂਗੇ। 8ਵੇਂ ਅਧਿਆਏ ਦਾ ਨਾਮ ਹੈ ਯੂਸਫ। ਯੂਸਫ ਕੌਣ ਹੈ? ਯੂਸਫ ਯਾਕੂਬ ਅਤੇ ਰਾਖੇਲ ਦਾ ਲਾਡਲਾ ਪੁੱਤਰ ਸੀ। ਯਾਕੂਬ ਉਸ ਨੂੰ ਆਪਣੇ ਦੂਜੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ, ਕਿਉਂਕਿ ਯੂਸਫ ਦਾ ਜਨਮ ਉਸ ਦੇ ਬੁਢਾਪੇ ਵਿੱਚ ਹੋਇਆ ਸੀ। ਇਸ ਦੇ ਬਦਲੇ ਵਿੱਚ ਯੂਸਫ ਵੀ ਆਪਣੇ ਮਾਂ-ਬਾਪ ਨੂੰ ਬਹੁਤ ਪਿਆਰ ਕਰਦਾ ਸੀ। ਉਹ ਉਹਨਾਂ ਦਾ ਆਗਿਆਕਾਰੀ ਪੁੱਤਰ ਸੀ। ਯੂਸਫ ਨਾਂ ਦਾ ਮਤਲਬ ਹੈ ਉਹ ਉੱਨਤੀ ਵਧਾਉਂਦਾ ਹੈ। ਯਾਕੂਬ ਨੇ ਯੂਸਫ ਨੂੰ ਇੱਕ ਸੁੰਦਰ ਅਤੇ ਰੰਗੀਨ ਕੁੜਤਾ ਬਣਾ ਕੇ ਦਿੱਤਾ ਸੀ, ਪਰ ਜਦੋਂ ਯੂਸਫ ਦੇ ਭਰਾਵਾਂ ਨੇ ਇਹ ਦੇਖਿਆ ਕਿ ਉਹਨਾਂ ਦਾ ਪਿਤਾ ਯੂਸਫ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ, ਤਾਂ ਉਹ ਉਸ ਨਾਲ ਨਫ਼ਰਤ ਕਰਨ ਲੱਗੇ। ਸੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਯੂਸਫ ਦਾ ਜੋ ਪਿਤਾ ਹੈ ਯਾਕੂਬ ਹੈ, ਉਹ ਯੂਸਫ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹਨੂੰ ਇੱਕ ਬਹੁਤ ਵਧੀਆ, ਬਹੁਤ ਸੁੰਦਰ ਜੋ ਕੁੜਤਾ ਹੈ ਉਹ ਵੀ ਬਣਾ ਕੇ ਦਿੰਦਾ ਹੈ, ਅਤੇ ਜਿਹਦੇ ਕਰਕੇ ਯੂਸਫ ਦੇ ਜਿਹੜੇ ਬਾਕੀ ਭਰਾ ਨੇ ਇਹਦੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਇਸ ਅਧਿਆਏ ਦੇ ਵਿੱਚ ਅਸੀਂ ਖਾਸ ਕਰਕੇ ਦੇਖਾਂਗੇ ਕਿ ਜੋ ਯੂਸਫ ਆ ਉਹਦੇ ਸੁਪਨਿਆਂ ਦੇ ਬਾਰੇ ਅਸੀਂ ਦੇਖਾਂਗੇ ਕਿ ਕਿੱਦਾਂ ਉਹਨੂੰ ਸੁਪਨੇ ਆਉਂਦੇ ਅਤੇ ਕਿੱਦਾਂ ਉਹ ਸੁਪਨਿਆਂ ਦੇ ਜਿਹੜੇ ਵੇ ਉਹ ਅਰਥ ਕੱਢਦਾ ਵਾ। ਸੋ ਯੂਸਫ ਦੇ ਸੁਪਨੇ। ਪਹਿਲਾ ਸੁਪਨਾ ਯੂਸਫ ਜੋ ਦੇਖਦਾ ਹੈ ਉਹ ਇਹ ਹੈ ਕਿ ਇੱਕ ਦਿਨ ਯੂਸਫ ਨੂੰ ਸੁਪਨਾ ਆਇਆ। ਉਸ ਨੇ ਆਪਣਾ ਸੁਪਨਾ ਆਪਣੇ ਭਰਾਵਾਂ ਨੂੰ ਦੱਸਿਆ। ਮੇਰਾ ਸੁਪਨਾ ਜੋ ਮੈਂ ਅੱਜ ਰਾਤ ਨੂੰ ਦੇਖਿਆ ਇਸ ਤਰ੍ਹਾਂ ਹੈ। ਯੂਸਫ ਕਹਿੰਦਾ ਹੈ, ਅਸੀਂ ਸਾਰੇ ਇੱਕ ਖੇਤ ਵਿੱਚ ਭਰੀਆਂ ਬੰਨ੍ਹ ਰਹੇ ਸੀ। ਮੇਰੀ ਭਰੀ ਉਸ ਸਮੇਂ ਖੜੀ ਹੋ ਗਈ ਅਤੇ ਤੁਹਾਡੀਆਂ ਸਭ ਭਰੀਆਂ ਨੇ ਨਿਉਂ ਕੇ ਪ੍ਰਣਾਮ ਕੀਤਾ। ਇਹ ਸੁਣਨ ਤੋਂ ਬਾਅਦ ਉਸ ਦੇ ਭਰਾ ਉਸ ਨਾਲ ਹੋਰ ਵੀ ਘਿਰਨਾ ਕਰਨ ਲੱਗ ਪਏ। ਸੋ ਅਸੀਂ ਪਹਿਲਾਂ ਹੀ ਦੇਖਿਆ ਕਿ ਯਾਕੂਬ ਜਿਹੜਾ ਸੀ ਆਪਣੇ ਪੁੱਤਰ ਯੂਸਫ ਨੂੰ ਬਹੁਤ ਪਿਆਰ ਕਰਦਾ ਸੀ, ਕਿਉਂਕਿ ਉਹਦੇ ਬੁਢਾਪੇ ਦੇ ਵਿੱਚ ਇਹ ਬੇਟਾ ਹੋਇਆ ਸੀ। ਅਤੇ ਯਾਕੂਬ ਨੇ ਆਪਣੇ ਪੁੱਤਰ ਦੇ ਲਈ ਇੱਕ ਰੰਗੀਨ ਅਤੇ ਸੁੰਦਰ ਕੁੜਤਾ ਵੀ ਉਹਨੂੰ ਬਣਾ ਕੇ ਦਿੱਤਾ ਸੀ, ਜਿਹਦੇ ਕਰਕੇ ਯੂਸਫ ਦੇ ਭਰਾ ਜਿਹੜੇ ਸੀ ਯੂਸਫ ਦੇ ਨਾਲ ਨਫ਼ਰਤ ਕਰਦੇ ਸਨ। ਅਤੇ ਹੁਣ ਯੂਸਫ ਜਦੋਂ ਆਪਣੇ ਸੁਪਨੇ ਆਪਣੇ ਭਰਾਵਾਂ ਨੂੰ ਦੱਸਦਾ ਹੈ ਅਤੇ ਉਹਦੇ ਭਰਾ ਨੂੰ ਹੋਰ ਵੀ ਨਫ਼ਰਤ ਜਿਹੜੀ ਹੈ ਕਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਦੂਜਾ ਸੁਪਨਾ
ਜੋ ਯੂਸਫ ਦਾ, ਹੁਣ ਅਸੀਂ ਉਹਦੇ ਬਾਰੇ ਦੇਖਾਂਗੇ। ਇੱਕ ਦਿਨ ਯੂਸਫ ਨੂੰ ਇੱਕ ਹੋਰ ਸੁਪਨਾ ਆਇਆ। ਉਸ ਨੇ ਆਪਣਾ ਸੁਪਨਾ ਫਿਰ ਆਪਣੇ ਭਰਾਵਾਂ ਨੂੰ ਦੱਸਿਆ। ਮੈਨੂੰ ਅੱਜ ਰਾਤ ਇੱਕ ਹੋਰ ਸੁਪਨਾ ਆਇਆ ਹੈ, ਜਿਸ ਵਿੱਚ ਸੂਰਜ, ਚੰਨ ਅਤੇ 11 ਤਾਰਿਆਂ ਨੇ ਨਿਉ ਕੇ ਮੈਨੂੰ ਪ੍ਰਣਾਮ ਕੀਤਾ। ਇਹ ਸੁਣ ਕੇ ਉਸਦੇ ਭਰਾ ਉਸ ਨਾਲ ਹੋਰ ਈਰਖਾ ਕਰਨ ਲੱਗ ਪਏ। ਸੋ ਯੂਸਫ ਜਿਹੜਾ ਹੈ ਉਹ ਦੂਜਾ ਸੁਪਨਾ ਆਪਣੇ ਭਰਾਵਾਂ ਦੇ ਨਾਲ ਸਾਂਝਾ ਕਰਦਾ ਹੈ ਕਿ ਉਹ ਕਹਿੰਦਾ ਹੈ ਕਿ ਅੱਜ ਉਹਨੂੰ ਸੁਪਨਾ ਆਇਆ ਕਿ ਸੂਰਜ, ਚੰਨ ਅਤੇ 11 ਤਾਰੇ ਜਿਹੜੇ ਨੇ ਉਹਨੂੰ ਨਿਉ ਕੇ ਪ੍ਰਣਾਮ ਕਰਦੇ ਨੇ। ਵੀ 11 ਤਾਰਿਆਂ ਦਾ ਮਤਲਬ ਹੋ ਗਿਆ ਕਿ ਉਹ ਉਹਦੇ ਜਿਹੜੇ 11 ਭਰਾ ਸੀ ਉਹਦਾ ਪ੍ਰਤੀਕ ਸੀ ਉਹਨੂੰ, ਅਤੇ ਇਸ ਕਰਕੇ ਉਹ ਹੋਰ ਵੀ ਉਹਨੂੰ ਨਫ਼ਰਤ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਨੇ। ਇੱਕ ਵਾਰ ਯੂਸਫ ਦੇ ਭਰਾ ਸ਼ਕਮ ਨਾਂ ਦੀ ਥਾਂ 'ਤੇ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਗਏ ਹੋਏ ਸਨ। ਪਿੱਛੋਂ ਉਹਨਾਂ ਦੇ ਪਿਤਾ ਨੇ ਯੂਸਫ ਨੂੰ ਕਿਹਾ, ਤੇਰੇ ਭਰਾ ਸ਼ਕਮ ਵਿੱਚ ਭੇਡਾਂ ਚਰਾਉਣ ਲਈ ਗਏ ਹਨ। ਮੈਂ ਚਾਹੁੰਦਾ ਹਾਂ ਕਿ ਤੂੰ ਉਹਨਾਂ ਕੋਲ ਜਾ ਅਤੇ ਪਤਾ ਕਰ ਕਿ ਕੀ ਉਹ ਰਾਜੀ ਖੁਸ਼ੀ ਹਨ। ਯੂਸਫ ਆਪਣੇ ਭਰਾਵਾਂ ਦਾ ਹਾਲ ਚਾਲ ਪਤਾ ਕਰਨ ਲਈ ਘਰੋਂ ਚੱਲ ਪਿਆ। ਯੂਸਫ ਨੂੰ ਆਉਂਦੇ ਦੇਖ ਕੇ ਉਸ ਦੇ ਭਰਾਵਾਂ ਨੇ ਉਸ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ। ਸੋ ਯੂਸਫ ਦੇ ਜਿਹੜੇ ਭਰਾ ਸੀ ਉਹ ਭੇਡਾਂ ਚਾਰਨ ਦੇ ਲਈ ਬਾਹਰ ਕਿਤੇ ਗਏ ਸਨ, ਅਤੇ ਯਕੂਬ ਜਿਹੜਾ ਹੈ ਉਹ ਆਪਣੇ ਪੁੱਤਰ ਯੂਸਫ ਨੂੰ ਕਹਿੰਦਾ ਹੈ ਕਿ ਤੇਰੇ ਭਰਾ ਜਿਹੜੇ ਨੇ ਉਹ ਭੇਡਾਂ ਚਾਰਨ ਗਏ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਉਹਨਾਂ ਕੋਲ ਜਾ ਅਤੇ ਪਤਾ ਕਰ ਕਿ ਉਹ ਸਾਰੇ ਰਾਜੀ ਖੁਸ਼ੀ ਨੇ। ਅਤੇ ਇਸ ਕਰਕੇ ਯੂਸਫ ਜਿਹੜਾ ਵਾ ਉਹਨਾਂ ਦੀ ਭਾਲ ਦੇ ਵਿੱਚ ਜਾਂਦਾ ਹੈ। ਅਤੇ ਜਦੋਂ ਯੂਸਫ ਜਾਂਦਾ ਹੈ ਅਤੇ ਜਦੋਂ ਉਹਦੇ ਭਰਾ ਉਹਨੂੰ ਦੇਖ ਲੈਂਦੇ ਨੇ ਅਤੇ ਉਹ ਯੂਸਫ ਨੂੰ ਜਾਨੋਂ ਮਾਰਨ ਦੇ ਲਈ ਇਰਾਦਾ ਬਣਾਉਂਦੇ ਨੇ। ਪਰ ਜਦੋਂ ਰਊਬਨ ਨੇ ਸੁਣਿਆ ਤਾਂ ਉਸਨੇ ਯੂਸਫ ਨੂੰ ਬਚਾਉਣ ਲਈ ਬਾਕੀ ਭਰਾਵਾਂ ਨੂੰ ਕਿਹਾ, ਸਾਨੂੰ ਉਸ ਦੀ ਜਾਨ ਨਹੀਂ ਲੈਣੀ ਚਾਹੀਦੀ, ਉਸ ਨੂੰ ਬੰਨ੍ਹ ਕੇ ਇਸ ਜੰਗਲ ਦੇ ਕਿਸੇ ਖੂਹ ਵਿੱਚ ਸੁੱਟ ਦਿਓ। ਜਦੋਂ ਯੂਸਫ ਆਪਣੇ ਭਰਾਵਾਂ ਕੋਲ ਪਹੁੰਚਿਆ ਤਾਂ ਉਹਨਾਂ ਉਸ ਨੂੰ ਫੜ ਲਿਆ। ਉਹਨਾਂ ਉਸ ਦੇ ਸੁੰਦਰ ਕੱਪੜੇ ਉਤਾਰ ਦਿੱਤੇ ਅਤੇ ਖੂਹ ਵਿੱਚ ਸੁੱਟ ਦਿੱਤਾ। ਸੋ ਉਹਦੇ ਬਾਕੀ ਭਰਾਵਾਂ ਨੇ ਜਦੋਂ ਉਹਨੂੰ ਦੇਖਿਆ ਸੀ ਤੇ ਉਹਨੂੰ ਮਾਰ ਦੇਣਾ ਚਾਹੁੰਦੇ ਸੀ, ਪਰ ਉਹਨਾਂ ਵਿੱਚੋਂ ਰਊਬਨ ਨਾਂ ਦਾ ਇੱਕ ਉਹਨਾਂ ਦਾ ਭਰਾ ਸੀ। ਉਹਨਾਂ ਕਿਹਾ ਕਿ ਅਸੀਂ ਇਹਨੂੰ ਮਾਰੀਏ ਨਾ, ਬਲਕਿ ਇਹਨੂੰ ਇੱਕ ਖੂਹ ਦੇ ਵਿੱਚ ਸੁੱਟ ਦਈਏ। ਉਹ ਉਸ ਦੀ ਜਾਨ ਜਿਹੜੀ ਸੀ ਬਚਾਉਣਾ ਚਾਹੁੰਦਾ ਸੀ, ਉਹਨੂੰ ਮਾਰਨ ਤੋਂ ਬਚਾਉਣਾ ਚਾਹੁੰਦਾ ਸੀ। ਇਸ ਕਰਕੇ ਉਹਨੇ ਕਿਹਾ ਕਿ ਇਹਨੂੰ ਅਸੀਂ ਮਾਰੀਏ ਨਾ, ਬਲਕਿ ਇਹਨੂੰ ਖੂਹ ਦੇ ਵਿੱਚ ਸੁੱਟ ਦਈਏ। ਜਦੋਂ ਯੂਸਫ ਆਪਣੇ ਭਰਾਵਾਂ ਕੋਲ ਪਹੁੰਚਿਆ ਤਾਂ ਉਹਨਾਂ ਉਸ ਨੂੰ ਫੜ ਕੇ ਉਸ 'ਤੇ ਕੱਪੜੇ ਉਤਾਰ ਦਿੱਤੇ ਅਤੇ ਖੂਹ ਵਿੱਚ ਸੁੱਟ ਦਿੱਤਾ। ਪਰ ਆਪਣੇ ਭਰਾ ਯਹੂਦਾ ਦੇ ਕਹਿਣ 'ਤੇ ਉਸ ਨੂੰ ਇਸਮਾਈਲੀ ਵਪਾਰੀਆਂ ਅੱਗੇ ਚਾਂਦੀ ਦੇ 20 ਸਿੱਕੇ ਲੈ ਕੇ ਵੇਚ ਦਿੱਤਾ। ਇਸਮਾਈਲੀ ਯੂਸਫ ਨੂੰ ਮਿਸਰ ਵਿੱਚ ਲੈ ਗਏ। ਉੱਥੇ ਉਸ ਨੂੰ ਇੱਕ ਪੋਟੀਫਰ ਨਾਂ ਦੇ ਮਿਸਰੀ ਨੂੰ ਅੱਗੇ ਵੇਚ ਦਿੱਤਾ, ਜੋ ਫਿਰੌਨ ਰਾਜਾ ਦਾ ਅਫਸਰ ਸੀ। ਯੂਸਫ ਖੁਦਾ ਤੋਂ ਡਰਨ ਵਾਲਾ ਸੀ। ਉਸ ਦੀ ਇਮਾਨਦਾਰੀ ਅਤੇ ਵਫਾਦਾਰੀ ਕਾਰਨ ਪੋਟੀਫਰ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ। ਪੋਟੀਫਰ ਦੀ ਪਤਨੀ ਨੇ ਉਸ ਨੂੰ ਪਾਪ ਕਰਨ ਲਈ ਉਕਸਾਇਆ, ਪਰ ਉਸਨੇ ਗੁਨਾਹ ਨਾ ਕੀਤਾ। ਇਸ ਕਾਰਨ ਪੋਟੀਫਰ ਦੀ ਪਤਨੀ ਨੇ ਉਸ ਉੱਤੇ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਕੈਦ ਕਰਵਾ ਦਿੱਤਾ। ਸੋ ਜਦੋਂ ਉਹਨੂੰ ਖੂਹ ਦੇ ਵਿੱਚ ਸੁੱਟਿਆ ਅਤੇ ਉੱਥੇ ਕੁਝ ਇਸਮਾਈਲੀ ਵਪਾਰੀ ਆ ਰਹੇ ਸਨ, ਤਾਂ ਉਹਨਾਂ ਕਿਹਾ ਕਿ ਚਲੋ ਇਸ ਨੂੰ ਅਸੀਂ ਵਪਾਰੀ ਦੇ ਹੱਥ ਵੇਚ ਦਿੰਦੇ ਹਾਂ। ਅਤੇ ਜਦੋਂ ਉਹਨੂੰ ਵੇਚ ਦਿੱਤਾ ਅਤੇ ਇਸਮਾਈਲੀ ਵਪਾਰੀ ਜਿਹੜੇ ਨੇ ਇਸ ਨੂੰ ਪੋਟੀਫਰ ਨਾਂ ਦੇ ਜੋ ਵਿਅਕਤੀ ਸੀ ਉਹਨੂੰ ਵੇਚ ਦਿੰਦੇ ਆ। ਪੋਟੀਫਰ ਜਿਹੜਾ ਸੀ ਉਹ ਫਿਰੌਨ ਰਾਜਾ ਦਾ ਇੱਕ ਅਫਸਰ ਸੀ ਅਤੇ ਉਹਦੇ ਅੱਗੇ ਵੇਚ ਦਿੰਦੇ ਆ। ਅਤੇ ਜਦੋਂ ਉਹਨੂੰ ਵੇਚ ਦਿੰਦੇ ਆ, ਯੂਸਫ ਜਿਹੜਾ ਸੀ ਉਹ ਖੁਦਾ ਤੋਂ ਡਰਨ ਵਾਲਾ ਅਤੇ ਇਮਾਨਦਾਰ ਵਿਅਕਤੀ ਸੀ। ਅਤੇ ਜਦੋਂ ਪੋਟੀਫਰ ਨੇ ਯੂਸਫ ਦੀ ਇਮਾਨਦਾਰੀ ਦੇਖੀ ਤਾਂ ਉਸਨੇ ਆਪਣੇ ਘਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਯੂਸਫ ਨੂੰ ਦੇ ਦਿੱਤੀ। ਪਰ ਪੋਟੀਫਰ ਦੀ ਜਿਹੜੀ ਪਤਨੀ ਸੀ ਉਹ ਯੂਸਫ ਦੇ ਨਾਲ ਪਾਪ ਕਰਨਾ ਚਾਹੁੰਦੀ ਸੀ, ਅਤੇ ਇਸ ਕਰਕੇ ਉਹਨੇ ਯੂਸਫ ਦੇ ਨਾਲ ਪਾਪ ਕਰਨ ਦੇ ਲਈ ਉਹਨੂੰ ਉਕਸਾਇਆ।
ਪਰ ਯੂਸਫ ਨੇ ਉਹਦੇ ਨਾਲ ਪਾਪ ਨਹੀਂ ਕੀਤਾ ਤੇ ਇਸੇ ਕਾਰਨ ਹੀ ਪੋਟੀਫਰ ਦੀ ਪਤਨੀ ਨੇ ਉਹਦੇ ਉੱਤੇ ਝੂਠਾ ਇਲਜ਼ਾਮ ਲਾ ਕੇ ਉਹਨੂੰ ਕੈਦ ਦੇ ਵਿੱਚ ਸੁਟਵਾ ਦਿੱਤਾ। ਹੁਣ ਅਸੀਂ ਦੇਖਾਂਗੇ ਕਿ ਕਿੱਦਾਂ ਯੂਸਫ ਜਿਹੜਾ ਹੈ ਉਹ ਕੈਦੀਆਂ ਦੇ ਸੁਪਨਿਆਂ ਦੀ ਵਿਆਖਿਆ ਕਰਦਾ ਹੈ ਕਿ ਉਹਨੂੰ ਕੈਦ ਵਿੱਚ ਸੁਟਵਾਇਆ ਗਿਆ ਹੈ ਤੇ ਕੈਦ ਦੇ ਵਿੱਚ ਉਹ ਕੈਦੀਆਂ ਦੇ ਜੋ ਸੁਪਨੇ ਆ ਉਹਨਾਂ ਦੀ ਵਿਆਖਿਆ ਜਿਹੜੀ ਉਹ ਕਿੱਦਾਂ ਕਰਦਾ ਵਾ। ਮਿਸਰ ਦੇ ਰਾਜਾ ਦੇ ਪ੍ਰਮੁੱਖ ਸਾਕੀ ਅਤੇ ਪ੍ਰਮੁੱਖ ਖਾਨਸਾਮਾ ਵੀ ਉਸੇ ਜੇਲ੍ਹ ਖਾਨੇ ਵਿੱਚ ਸਨ। ਇੱਕ ਰਾਤ ਉਹਨਾਂ ਨੂੰ ਸੁਪਨੇ ਆਏ। ਯੂਸਫ ਨੇ ਉਹਨਾਂ ਦੇ ਸੁਪਨਿਆਂ ਦੀ ਠੀਕ ਵਿਆਖਿਆ ਕੀਤੀ। 2 ਸਾਲ ਪਿੱਛੋਂ ਮਿਸਰ ਦੇ ਬਾਦਸ਼ਾਹ ਦੇ ਸੁਪਨੇ ਵਿੱਚ ਵੇਖਿਆ ਕਿ 7 ਤਕੜੀਆਂ ਸੁੰਦਰ ਗਾਵਾਂ ਨਦੀ ਵਿੱਚੋਂ ਨਿਕਲ ਕੇ ਬਾਹਰ ਆਈਆਂ ਅਤੇ ਕੰਢੇ 'ਤੇ ਆ ਕੇ ਹਰਾ ਘਾਹ ਚਰਨਾ ਸ਼ੁਰੂ ਕਰ ਦਿੱਤਾ। ਇਹਨਾਂ ਦੇ ਪਿੱਛੋਂ ਉਸ ਨੇ 7 ਹੋਰ ਗਾਵਾਂ ਨੂੰ ਨਦੀ ਵਿੱਚੋਂ ਬਾਹਰ ਆਉਂਦੇ ਵੇਖਿਆ ਜੋ ਦੇਖਣ ਵਿੱਚ ਬਹੁਤ ਮਾੜੀਆਂ ਅਤੇ ਕਪੂਰ ਸਨ। ਉਸ ਨੇ ਅੱਗੇ ਦੇਖਿਆ ਕਿ ਪਿਛਲੀਆਂ 7 ਮਾੜੀਆਂ ਗਾਵਾਂ ਨੇ ਤਕੜੀਆਂ ਗਾਵਾਂ ਨੂੰ ਖਾ ਲਿਆ। ਹੁਣ ਇਹਦੇ ਵਿੱਚ ਅਸੀਂ ਦੇਖਿਆ ਕਿ 2 ਸਾਲ ਦੇ ਪਿੱਛੋਂ ਮਿਸਰ ਦੇ ਬਾਦਸ਼ਾਹ ਨੇ ਸੁਪਨੇ ਵਿੱਚ ਵੇਖਿਆ, ਇਹ ਵਾਲਾ ਸੁਪਨਾ ਜਿਹੜਾ ਅਸੀਂ ਪੜ੍ਹਿਆ ਉਹ ਦੇਖਿਆ ਕਿ 7 ਤਕੜੀਆਂ ਤੇ ਸੁੰਦਰ ਗਾਵਾਂ ਜਿਹੜੀਆਂ ਨੇ ਉਹ ਨਦੀ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਤੇ ਨਾਲ ਹੀ 7 ਮਾੜੀਆਂ ਗਾਵਾਂ ਜਿਹੜੀਆਂ ਨੇ ਉਹ ਨਦੀ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ, ਪਰ ਜਿਹੜੀਆਂ ਮਾੜੀਆਂ ਗਾਵਾਂ ਨੇ ਉਹ ਤਕੜੀਆਂ ਗਾਵਾਂ ਨੂੰ ਖਾ ਲੈਂਦੀਆਂ ਨੇ। ਇਹ ਸੁਪਨਾ ਜਿਹੜਾ ਸੀ ਉਹ ਮਿਸਰ ਦੇ ਬਾਦਸ਼ਾਹ ਨੇ ਦੇਖਿਆ। ਫਿਰ ਉਸਨੇ ਇੱਕ ਹੋਰ ਸੁਪਨਾ ਦੇਖਿਆ ਜਿਸ ਵਿੱਚ ਉਸਨੇ 7 ਅਨਾਜ ਦੇ ਦਾਣਿਆਂ ਨਾਲ ਭਰੇ ਹੋਏ ਸਿੱਟੇ ਵੇਖੇ। ਉਹਨਾਂ ਦੇ ਪਿੱਛੋਂ ਉਸਨੇ 7 ਹੋਰ ਅਨਾਜ ਦੇ ਸਿੱਟੇ ਵੇਖੇ ਜੋ ਸੂਰਜ ਦੇ ਸੇਕ ਨਾਲ ਸੜ ਗਏ ਸਨ, ਪਰ ਇਹਨਾਂ ਸੜੇ ਹੋਏ ਸਿੱਟਿਆਂ ਨੇ ਪਹਿਲੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਲਿਆ। ਸੋ ਦੂਜਾ ਸੁਪਨਾ ਇਹ ਸੀ ਕਿ ਇਹ ਜਿਹੜਾ ਮਿਸਰ ਦਾ ਬਾਦਸ਼ਾਹ ਹੈ ਇਹ ਸੁਪਨੇ ਵਿੱਚ ਦੇਖਦਾ ਹੈ ਕਿ 7 ਅਨਾਜ ਨਾਲ ਭਰੇ ਹੋਏ ਸਿੱਟੇ ਸਨ ਅਤੇ 7 ਹੀ ਮਾੜੇ ਸਿੱਟੇ ਸਨ ਜਿਹੜੇ ਸੂਰਜ ਦੇ ਸੇਕ ਦੇ ਨਾਲ ਸੜੇ ਹੋਏ ਸਨ, ਪਰ ਜਿਹੜੇ ਮਾੜੇ ਸਿੱਟੇ ਸਨ ਉਹਨਾਂ ਨੇ ਚੰਗੇ 7 ਸਿੱਟਿਆਂ ਨੂੰ ਖਾ ਲਿਆ। ਯੂਸਫ ਨੇ ਇਹਨਾਂ ਸੁਪਨਿਆਂ ਦੀ ਵਿਆਖਿਆ ਕੀਤੀ। 7 ਤਕੜੀਆਂ ਗਾਵਾਂ ਦਾ ਅਰਥ 7 ਸਾਲ ਅਤੇ 7 ਪੱਕੇ ਹੋਏ ਸਿੱਟਿਆਂ ਦਾ ਵੀ ਇਹੀ ਅਰਥ ਹੈ। ਤੁਹਾਡੇ ਦੇਸ਼ ਦੇ ਅਗਲੇ 7 ਸਾਲ ਬਹੁਤ ਚੰਗੇ ਹੋਣਗੇ। ਮੁਲਕ ਵਿੱਚ 7 ਸਾਲ ਬੜੀ ਖੁਸ਼ਹਾਲੀ ਰਹੇਗੀ ਅਤੇ ਬਹੁਤ ਅਨਾਜ ਪੈਦਾ ਹੋਵੇਗਾ, ਪਰ ਅਗਲੇ 7 ਸਾਲਾਂ ਵਿੱਚ ਅਕਾਲ ਪੈ ਜਾਵੇਗਾ। ਸੋ ਯੂਸਫ ਜਿਹੜਾ ਹੈ ਉਹ ਮਿਸਰ ਦੇ ਬਾਦਸ਼ਾਹ ਨੂੰ ਇਹਨਾਂ 2 ਸੁਪਨਿਆਂ ਦਾ ਅਰਥ ਦੱਸਦਾ ਹੈ ਕਿ 7 ਗਾਵਾਂ ਤੇ 7 ਸਿੱਟੇ ਜਿਹੜੇ ਨੇ ਇਹ 7 ਸਾਲ ਨੇ ਤੇ ਇਹਦਾ ਇਹੀ ਮਤਲਬ ਹੈ ਕਿ ਆਉਣ ਵਾਲੇ 7 ਸਾਲ ਜਿਹੜੇ ਨੇ ਉਹ ਖੁਸ਼ਹਾਲੀ ਦੇ ਹੋਣਗੇ, ਪਰ ਉਸ ਤੋਂ ਬਾਅਦ ਵਿੱਚ ਆਉਣ ਵਾਲੇ 7 ਸਾਲ ਜਿਹੜੇ ਨੇ ਉਹ ਅਕਾਲ ਦੇ ਹੋਣਗੇ। ਸੁਪਨਿਆਂ ਦੀ ਇਹ ਵਿਆਖਿਆ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਯੂਸਫ ਦੇ ਬਾਰੇ ਕਿਹਾ, ਸਾਨੂੰ ਇਸ ਤੋਂ ਚੰਗਾ ਆਦਮੀ ਕਿੱਥੋਂ ਮਿਲ ਸਕਦਾ ਹੈ ਜਿਸ ਵਿੱਚ ਪਰਮੇਸ਼ਵਰ ਦੀ ਆਤਮਾ ਹੋਵੇ। ਪਰਮੇਸ਼ਵਰ ਨੇ ਇਹ ਸਭ ਭੇਦ ਤੇਰੇ ਤੇ ਪ੍ਰਗਟ ਕੀਤੇ ਹਨ ਅਤੇ ਤੇਰੇ ਤੋਂ ਬੁੱਧੀਮਾਨ ਸਾਨੂੰ ਹੋਰ ਕੋਈ ਆਦਮੀ ਨਹੀਂ ਮਿਲ ਸਕਦਾ। ਇਸ ਲਈ ਮੈਂ ਤੈਨੂੰ ਆਪਣੀ ਸਾਰੀ ਪ੍ਰਜਾ ਦਾ ਹਾਕਮ ਬਣਾਉਂਦਾ ਹਾਂ ਅਤੇ ਲੋਕ ਤੇਰਾ ਹੁਕਮ ਮੰਨਣਗੇ। ਸੋ ਜਿਹੜਾ ਮਿਸਰ ਦਾ ਬਾਦਸ਼ਾਹ ਹੈ ਉਹ ਯੂਸਫ ਦੀ ਜਿਹੜੀ ਸੁਪਨਿਆਂ ਦੀ ਵਿਆਖਿਆ ਕਰਨ ਦਾ ਜਿਹੜਾ ਗੁਣ ਹੈ ਉਹ ਜਾਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦਾ ਹੈ ਕਿ ਸਾਨੂੰ ਤੇਰੇ ਵਰਗਾ ਚੰਗਾ ਆਦਮੀ ਕਿਤੇੋਂ ਨਹੀਂ ਮਿਲ ਸਕਦਾ ਜਿਹਦੇ ਤੇ ਪਰਮੇਸ਼ਵਰ ਦੀ ਪਵਿੱਤਰ ਆਤਮਾ ਹੋਵੇ। ਤੇ ਇਸ ਕਰਕੇ ਉਹ ਉਸ ਨੂੰ ਆਪਣੀ ਸਾਰੀ ਪ੍ਰਜਾ ਦਾ ਹਾਕਮ ਬਣਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੇਰਾ ਹੁਕਮ ਸਾਰੇ ਲੋਕ ਜਿਹੜੇ ਨੇ ਉਹ ਮੰਨਣਗੇ। ਮਿਸਰ ਦੇ ਬਾਦਸ਼ਾਹ ਨੇ ਯੂਸਫ ਨੂੰ ਉਸ ਦੇਸ਼ ਦਾ ਮੁੱਖ ਮੰਤਰੀ ਅਤੇ ਅਧਿਕਾਰੀ ਨਿਯੁਕਤ ਕੀਤਾ। ਯੂਸਫ ਉਸ ਸਮੇਂ 30 ਸਾਲਾਂ ਦਾ ਸੀ। ਸੋ ਜੋ ਮਿਸਰ ਦਾ ਜਦ ਬਾਦਸ਼ਾਹ ਸੀ ਉਹ ਯੂਸਫ ਨੂੰ ਉਸ ਦੇਸ਼ ਦਾ ਮੁੱਖ ਮੰਤਰੀ ਅਤੇ ਅਧਿਕਾਰੀ ਨਿਯੁਕਤ ਕਰ ਦਿੰਦਾ ਹੈ। ਅਕਾਲ ਕਨਾਨ ਦੇਸ਼ ਤੱਕ ਫੈਲ ਗਿਆ। ਜਦੋਂ ਯਾਕੂਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸਨੇ ਆਪਣੇ ਪੁੱਤਰਾਂ ਨੂੰ ਅਨਾਜ ਲੈਣ ਲਈ ਮਿਸਰ ਵਿੱਚ ਭੇਜਿਆ। ਜਦੋਂ ਉਹ ਯੂਸਫ ਕੋਲ ਅਨਾਜ ਲੈਣ ਲਈ ਆਏ
ਤਾਂ ਉਸਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ, ਪਰ ਉਹ ਯੂਸਫ ਨੂੰ ਨਾ ਪਛਾਣ ਸਕੇ। ਜਦੋਂ ਉਹ ਤੀਸਰੇ ਗੇੜੇ ਅਨਾਜ ਲੈਣ ਆਏ ਤਾਂ ਯੂਸਫ ਨੇ ਆਪਣੇ ਆਪ ਨੂੰ ਉਹਨਾਂ ਉੱਤੇ ਜ਼ਾਹਿਰ ਕਰ ਦਿੱਤਾ। ਯੂਸਫ ਨੇ ਆਪਣੇ ਭਰਾਵਾਂ ਨੂੰ ਦੱਸਿਆ, ਜੋ ਕੁਝ ਤੁਸੀਂ ਮੇਰੇ ਨਾਲ ਕੀਤਾ ਇਸ ਦੇ ਲਈ ਨਾ ਪਛਤਾਓ, ਨਾ ਹੀ ਆਪਣੇ ਆਪ ਨੂੰ ਦੋਸ਼ੀ ਠਹਿਰਾਓ। ਅਸਲ ਵਿੱਚ ਇਹ ਪਰਮੇਸ਼ਵਰ ਦੀ ਮਰਜ਼ੀ ਸੀ ਕਿ ਤੁਹਾਡੇ ਸਭ ਦੀਆਂ ਜਾਨਾਂ ਬਚ ਜਾਣ। ਸੋ ਅਸੀਂ ਦੇਖਦੇ ਹਾਂ ਕਿ ਕਿੱਦਾਂ ਯੂਸਫ ਨੇ ਸੁਪਨਿਆਂ ਦਾ ਅਰਥ ਦੱਸਿਆ ਸੀ ਕਿ 7 ਸਾਲਾਂ ਬਾਅਦ ਇਸ ਦੇਸ਼ ਦੇ ਵਿੱਚ ਅਕਾਲ ਪਵੇਗਾ, ਅਤੇ ਜਦੋਂ ਅਕਾਲ ਪੈ ਜਾਂਦਾ ਹੈ ਤਾਂ ਉਹ ਅਕਾਲ ਜਿਹੜਾ ਹੈ ਕਨਾਨ ਦੇਸ਼ ਤੱਕ ਵੀ ਫੈਲ ਜਾਂਦਾ ਹੈ। ਇਹ ਉਹ ਦੇਸ਼ ਹੈ ਜਿੱਥੇ ਯੂਸਫ ਦਾ ਪਰਿਵਾਰ ਰਹਿੰਦਾ ਸੀ। ਉਹਦੇ ਭਰਾ ਰਹਿੰਦੇ ਸਨ ਜਿਨ੍ਹਾਂ ਨੇ ਯੂਸਫ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਖੂਹ ਦੇ ਵਿੱਚ ਸੁੱਟਿਆ ਅਤੇ ਉਹਨੂੰ ਵਪਾਰੀਆਂ ਦੇ ਹੱਥ ਵੇਚ ਦਿੱਤਾ ਕਿ ਉਹਦਾ ਮਾੜਾ ਸੋਚਿਆ। ਅਤੇ ਜਦੋਂ ਕਨਾਨ ਵਿੱਚ ਅਨਾਜ ਦਾ ਅਕਾਲ ਪੈ ਜਾਂਦਾ ਹੈ ਅਤੇ ਯਕੂਬ ਜਿਹੜਾ ਹੈ ਆਪਣੇ ਪੁੱਤਰਾਂ ਨੂੰ ਮਿਸਰ ਦੇ ਵਿੱਚ ਘੱਲਦਾ ਹੈ। ਮਿਸਰ ਦੇ ਵਿੱਚ ਹੁਣ ਯੂਸਫ ਜਿਹੜਾ ਹੈ ਉਹ ਮੁੱਖ ਮੰਤਰੀ ਹੈ ਦੇਸ਼ ਦਾ, ਅਤੇ ਯਕੂਬ ਜਿਹੜਾ ਹੈ ਆਪਣੇ ਪੁੱਤਰਾਂ ਨੂੰ ਇਸ ਦੇਸ਼ ਦੇ ਵਿੱਚ ਘੱਲਦਾ ਹੈ ਕਿ ਉਹ ਅਨਾਜ ਲੈ ਕੇ ਆਉਣ। ਅਤੇ ਯੂਸਫ ਦੇ ਭਰਾ ਜਿਹੜੇ ਨੇ ਉਹ ਅਨਾਜ ਲੈਣ ਦੇ ਲਈ ਇਸ ਦੇਸ਼ ਦੇ ਵਿੱਚ ਆਉਂਦੇ ਨੇ, ਅਤੇ ਯੂਸਫ ਜਿਹੜਾ ਵਾ ਆਪਣੇ ਭਰਾਵਾਂ ਨੂੰ ਪਛਾਣ ਲੈਂਦਾ ਹੈ, ਪਰ ਉਹਦੇ ਭਰਾ ਜਿਹੜੇ ਉਹਨੂੰ ਨਹੀਂ ਪਛਾਣਦੇ। ਉਹ ਪਹਿਲੀ ਵਾਰ ਆਉਂਦੇ, ਫਿਰ ਦੂਜੀ ਵਾਰ ਆਉਂਦੇ, ਅਤੇ ਤੀਜੀ ਵਾਰ ਜਦੋਂ ਆਉਂਦੇ ਆ ਤਾਂ ਯੂਸਫ ਜਿਹੜਾ ਹੈ ਆਪਣੇ ਆਪ ਨੂੰ ਉਹਨਾਂ 'ਤੇ ਪ੍ਰਗਟ ਕਰ ਦਿੰਦਾ ਵਾ, ਕਿ ਉਹਨਾਂ ਨੂੰ ਦੱਸ ਦਿੰਦਾ ਕਿ ਮੈਂ ਤੁਹਾਡਾ ਭਰਾ ਵਾਂ, ਜਿਹਨੂੰ ਤੁਸੀਂ ਖੂਹ ਵਿੱਚ ਸੁੱਟਿਆ, ਜਿਹਨੂੰ ਤੁਸੀਂ ਮਾਰਨਾ ਚਾਹੁੰਦੇ ਸੀ, ਜਿਹਨੂੰ ਤੁਸੀਂ ਵਪਾਰੀਆਂ ਦੇ ਹੱਥ ਵੇਚ ਦਿੱਤਾ। ਪਰ ਯੂਸਫ ਉਹਨਾਂ ਨੂੰ ਇਹ ਵੀ ਕਹਿੰਦਾ ਹੈ ਕਿ ਤੁਸੀਂ ਹੁਣ ਪਛਤਾਓ ਨਾ ਕਿ ਤੁਸੀਂ ਮੇਰੇ ਨਾਲ ਇੰਨਾ ਮਾੜਾ ਕੁਛ ਕੀਤਾ। ਉਹਨੇ ਕਿਹਾ ਪਛਤਾਓ ਨਾ, ਬਲਕਿ ਇਹ ਖੁਦਾ ਦੀ ਮਰਜ਼ੀ ਸੀ ਕਿ ਇਹਦੇ ਨਾਲ ਤੁਹਾਡੀਆਂ ਵੀ ਜਾਨਾਂ ਬਚ ਜਾਣ। ਫਿਰ ਯੂਸਫ ਨੇ ਉਹਨਾਂ ਨੂੰ ਆਪਣੇ ਪਿਤਾ ਅਤੇ ਆਪਣੇ ਟੱਬਰਾਂ ਨੂੰ ਲੈ ਕੇ ਮਿਸਰ ਆਉਣ ਦਾ ਹੁਕਮ ਦਿੱਤਾ। ਫਿਰ ਯੂਸਫ ਜਿਹੜਾ ਹੈ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਪਰਿਵਾਰ, ਆਪਣੇ ਟੱਬਰਾਂ ਦੇ ਸਮੇਤ ਇੱਥੇ ਆ ਜਾਵੋ, ਇਸ ਦੇਸ਼ ਵਿੱਚ ਆ ਜਾਵੋ। ਯਕੂਬ ਆਪਣੇ ਪੁੱਤਰ ਯੂਸਫ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਯੂਸਫ ਆਪਣੇ ਪਿਤਾ ਦੇ ਟੱਬਰ ਨਾਲ ਮਿਸਰ ਵਿੱਚ ਹੀ ਰਿਹਾ। ਜਦੋਂ ਉਸ ਦੀ ਉਮਰ 110 ਸੀ ਤਾਂ ਉਸ ਦੀ ਮੌਤ ਹੋ ਗਈ। ਉਸ ਦੇ 2 ਪੁੱਤਰ ਸਨ, ਇਫਰਾਈਮ ਅਤੇ ਮਨੱਸ਼ੇ। ਸੋ ਉਹ ਜਿਹੜੇ ਨੇ ਯੂਸਫ ਦੇ ਭਰਾ ਨੇ ਆਪਣੇ ਪਿਤਾ ਦੇ ਨਾਲ ਮਿਸਰ ਦੇਸ਼ ਦੇ ਵਿੱਚ ਆ ਜਾਂਦੇ ਆ, ਅਤੇ ਜਦੋਂ ਯੂਸਫ ਦਾ ਪਿਤਾ ਯਕੂਬ ਜਿਹੜਾ ਹੈ ਯੂਸਫ ਨੂੰ ਦੇਖਦਾ ਤੇ ਉਹ ਬਹੁਤ ਖੁਸ਼ ਹੁੰਦਾ ਹੈ। ਸੋ ਇਹਦੇ ਨਾਲ ਹੀ ਅਸੀਂ ਅੱਜ ਦਾ ਜੋ 8ਵਾਂ ਅਧਿਆਇ ਹੈ ਉਹ ਖਤਮ ਕਰਦੇ ਹਾਂ। ਹੁਣ ਅਸੀਂ ਪ੍ਰਸ਼ਨ ਉੱਤਰ ਜਿਹੜੇ ਹੈ ਇਸ ਅਧਿਆਇ ਦੇ ਉਹ ਜਾਣਾਂਗੇ। ਪਹਿਲਾ ਪ੍ਰਸ਼ਨ ਹੈ, ਯਕੂਬ ਆਪਣੇ ਕਿਹੜੇ ਪੁੱਤਰ ਨੂੰ ਜ਼ਿਆਦਾ ਪਿਆਰ ਕਰਦਾ ਸੀ? ਉੱਤਰ ਹੈ ਯੂਸਫ ਨੂੰ। ਦੂਸਰਾ ਪ੍ਰਸ਼ਨ ਹੈ, ਕਿਸ ਤਰ੍ਹਾਂ ਯਕੂਬ ਨੇ ਯੂਸਫ ਲਈ ਆਪਣਾ ਪਿਆਰ ਵਿਖਾਇਆ? ਕਿਸ ਤਰ੍ਹਾਂ ਯਕੂਬ ਨੇ ਯੂਸਫ ਲਈ ਆਪਣਾ ਪਿਆਰ ਵਿਖਾਇਆ? ਇਹਦਾ ਉੱਤਰ ਹੈ, ਯਕੂਬ ਨੇ ਯੂਸਫ ਨੂੰ ਇੱਕ ਸੁੰਦਰ ਰੰਗੀਨ ਕੁੜਤਾ ਬਣਾ ਕੇ ਦਿੱਤਾ ਸੀ। ਸੁੰਦਰ ਅਤੇ ਰੰਗੀਨ ਕੁੜਤਾ ਬਣਾ ਕੇ ਦਿੱਤਾ ਸੀ। ਇਹਦੇ ਨਾਲ ਉਸਨੇ ਆਪਣਾ ਪਿਆਰ ਜਿਹੜਾ ਸੀ ਯੂਸਫ ਲਈ ਪ੍ਰਗਟ ਕੀਤਾ ਸੀ। ਯੂਸਫ ਦੇ ਭਰਾ ਉਸ ਨਾਲ ਕੀ ਮਹਿਸੂਸ ਕਰਦੇ ਸਨ? ਯੂਸਫ ਦੇ ਭਰਾ ਉਸ ਨਾਲ ਕੀ ਮਹਿਸੂਸ ਕਰਦੇ ਸਨ? ਇਹਦਾ ਉੱਤਰ ਹੈ, ਯੂਸਫ ਦੇ ਭਰਾ ਉਸ ਨਾਲ ਨਫ਼ਰਤ ਕਰਦੇ ਸਨ। ਯੂਸਫ ਦੇ ਭਰਾ ਜਿਹੜੇ ਸੀ ਉਹ ਯੂਸਫ ਦੇ ਨਾਲ ਨਫ਼ਰਤ ਕਰਦੇ ਸਨ। ਚੌਥਾ ਪ੍ਰਸ਼ਨ ਹੈ, ਯੂਸਫ ਨਾਲ ਜ਼ਿਆਦਾ ਨਫ਼ਰਤ ਕਰਨ ਦਾ ਕੀ ਕਾਰਨ ਸੀ? ਕਿ ਯੂਸਫ ਦੇ ਭਰਾ ਯੂਸਫ ਨੂੰ ਜ਼ਿਆਦਾ ਨਫ਼ਰਤ ਕਿਉਂ ਕਰਦੇ ਸੀ? ਕਾਰਨ ਕੀ ਸੀ? ਕਿਉਂਕਿ ਉਸ ਨੇ ਸੁਪਨਾ ਦੇਖਿਆ ਕਿ ਉਸ ਦੇ ਭਰਾ ਉਸ ਨੂੰ ਨਿਉ ਕੇ ਪ੍ਰਣਾਮ ਕਰ ਰਹੇ ਸਨ। ਕਿਉਂਕਿ ਉਸ ਨੇ ਸੁਪਨਾ ਦੇਖਿਆ ਕਿ ਉਸ ਦੇ ਭਰਾ ਉਸ ਨੂੰ ਨਿਉ ਕੇ ਪ੍ਰਣਾਮ ਕਰ ਰਹੇ ਸਨ। ਸੋ ਇਹਦੇ ਕਰਕੇ ਉਹਦੇ ਭਰਾ ਜਿਹੜੇ ਸੀ ਉਹਨੂੰ ਜ਼ਿਆਦਾ ਨਫ਼ਰਤ ਕਰਨ ਲੱਗ ਪਏ। ਪੰਜਵਾਂ ਪ੍ਰਸ਼ਨ ਹੈ, ਯੂਸਫ ਦੇ ਭਰਾਵਾਂ ਨੇ ਉਸ ਨਾਲ ਕੀ ਕੀਤਾ? ਇਹਦਾ ਉੱਤਰ ਹੈ, ਯੂਸਫ ਦੇ ਭਰਾਵਾਂ ਨੇ ਉਸ ਨੂੰ ਇੱਕ ਨੌਕਰ ਦੀ ਤਰ੍ਹਾਂ ਮਿਸਰ ਦੇਸ਼ ਵਿੱਚ ਵੇਚ ਦਿੱਤਾ। ਛੇਵਾਂ ਪ੍ਰਸ਼ਨ ਹੈ, ਮਿਸਰ ਵਿੱਚ
ਯੂਸਫ ਨਾਲ ਕੀ ਹੋਇਆ? ਮਿਸਰ ਵਿੱਚ ਯੂਸਫ ਨਾਲ ਕੀ ਹੋਇਆ? ਇਹਦਾ ਉੱਤਰ ਹੈ ਯੂਸਫ ਦੀ ਇਮਾਨਦਾਰੀ ਅਤੇ ਵਫਾਦਾਰੀ ਕਾਰਨ ਪੋਟੀਫਰ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ। ਸੋ ਆਪਣੇ ਸਾਰੇ ਘਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਯੂਸਫ ਨੂੰ ਸੌਂਪ ਦਿੱਤੀ ਕਿਉਂਕਿ ਉਹ ਬੜਾ ਇਮਾਨਦਾਰ ਤੇ ਵਫਾਦਾਰ ਸੀ। 7ਵਾਂ ਪ੍ਰਸ਼ਨ, ਪੋਟੀਫਰ ਨੇ ਯੂਸਫ ਨਾਲ ਕੀ ਕੀਤਾ? ਉੱਤਰ, ਪੋਟੀਫਰ ਦੀ ਪਤਨੀ ਨੇ ਉਸ ਉੱਤੇ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਕੈਦ ਕਰਵਾ ਦਿੱਤਾ। 8ਵਾਂ ਪ੍ਰਸ਼ਨ ਹੈ ਕਿ ਯੂਸਫ ਨੇ ਕੁਝ ਗਲਤ ਕੀਤਾ ਸੀ? ਉੱਤਰ ਹੈ ਨਹੀਂ, ਯੂਸਫ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ ਬਲਕਿ ਪੋਟੀਫਰ ਦੀ ਪਤਨੀ ਨੇ ਝੂਠ ਬੋਲਿਆ ਸੀ। 9ਵਾਂ ਪ੍ਰਸ਼ਨ, ਮਿਸਰ ਦੇ ਬਾਦਸ਼ਾਹ ਨੇ ਯੂਸਫ ਨੂੰ ਕੀ ਨਿਯੁਕਤ ਕੀਤਾ ਅਤੇ ਉਸ ਸਮੇਂ ਉਸ ਦੀ ਕਿੰਨੀ ਉਮਰ ਸੀ? ਮਿਸਰ ਦੇ ਬਾਦਸ਼ਾਹ ਨੇ ਯੂਸਫ ਨੂੰ ਕੀ ਨਿਯੁਕਤ ਕੀਤਾ ਜਾਂ ਕੀ ਅਹੁਦਾ ਦਿੱਤਾ ਅਤੇ ਉਸ ਸਮੇਂ ਉਹਦੀ ਕੀ ਉਮਰ ਸੀ? ਇਹਦਾ ਉੱਤਰ ਹੈ ਮਿਸਰ ਦੇ ਬਾਦਸ਼ਾਹ ਨੇ ਯੂਸਫ ਨੂੰ ਉਸ ਦੇਸ਼ ਦਾ ਮੁੱਖ ਮੰਤਰੀ ਅਤੇ ਅਧਿਕਾਰੀ ਨਿਯੁਕਤ ਕੀਤਾ ਅਤੇ ਉਸ ਸਮੇਂ ਯੂਸਫ ਦੀ ਉਮਰ ਜਿਹੜੀ ਸੀ ਉਹ 30 ਸਾਲ ਸੀ। ਅਸੀਂ ਆਖਰੀ ਪ੍ਰਸ਼ਨ ਦੇਖਾਂਗੇ, ਯੂਸਫ ਕੋਲ ਕੌਣ ਆਏ? ਯੂਸਫ ਕੋਲ ਕੌਣ ਆਏ? ਇਹਦਾ ਉੱਤਰ ਹੈ ਉਸ ਦੇ ਭਰਾ ਯੂਸਫ ਕੋਲੋਂ ਅਨਾਜ ਲੈਣ ਆਏ। ਉਸ ਦੇ ਭਰਾ ਉਸ ਕੋਲੋਂ ਅਨਾਜ ਲੈਣ ਆਏ। ਅਤੇ ਇਹਦੇ ਨਾਲ ਹੀ ਅਸੀਂ ਜੋ 5ਵੀਂ ਕਲਾਸ ਹੈ ਉਹਦਾ ਪਹਿਲਾ ਭਾਗ ਜਿਹੜਾ ਹੈ ਉਹ ਖਤਮ ਕਰਦੇ ਹਾਂ। ਸਾਰਿਆਂ ਨੂੰ